डिठे सब थाव नहीं तुझ जिस अमृत जल नाल पिंगले भी चलन लग पे, जिस अमृत जल ने अभाग्या नूं भाग लाए। आखिरकार वो अमृत जल इस महान पावन अस्थान ते आउंदा कित्थों है? आप जी देखो कि शीशे वर्गा साफ पानी है, इनू आप जी देख के पता नहीं लगता कि जल खलोता है कि नहीं खलोता जी। 500 साधुआं ने हंसली बना के दरिया रावी चों लियांदा सी ये जल। अज भी इसे हंसली दे राही ही पहुंचता है सचखंड श्री हरमंदिर साहब दे पावन सरोवर च जल। ਅੱਜ ਦੀ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਥੋਂ ਕਿਵੇਂ ਤੇ ਕਿਸ ਤਰ੍ਹਾਂ ਪਹੁੰਚਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਾਵਨ ਸਰੋਵਰ ਦੇ ਵਿੱਚ ਜਲ। ਇਸ ਸਰੋਵਰ ਨੇ ਇਉਂ ਆਪਣੀ ਉਮਰ ਦੇ 400 ਸਾਲ ਹੰਢਾਏ, ਦੁਖੀਆਂ ਦੇ ਦਰਦ ਵੰਡਾਏ, ਅਭਾਗਿਆਂ ਨੂੰ ਭਾਗ ਲਾਏ। ਸਿੱਖ ਦੇ ਮਨ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਇਸ ਮਹਾਨ ਅਸਥਾਨ ਦੇ ਸਰੋਵਰ ਦੇ ਪ੍ਰਤੀ ਜੋ ਸ਼ਰਧਾ ਪਿਆਰ ਸਤਿਕਾਰ ਹੈ ਉਹ ਬਿਆਨ ਤੋਂ ਕਿਤੇ ਬਾਹਰ ਹੈ। ਸਿੱਖ ਰੋਜ਼ਾਨਾ ਆਪਣੀ ਅਰਦਾਸ ਦੇ ਵਿੱਚ ਇਸ ਮਹਾਨ ਅਸਥਾਨ ਦੇ ਦਰਸ਼ਨ ਦਿਦਾਰੇ ਅਤੇ ਇਸ਼ਨਾਨ ਲੋਚਦਾ ਹੈ ਤੇ ਆਪਣੀ ਜਾਨ ਵਾਰ ਕੇ ਵੀ ਇਸ ਮਹਾਨ ਅਸਥਾਨ ਦੇ ਸਰੋਵਰ 'ਚ ਇਸ਼ਨਾਨ ਕਰਨ ਨੂੰ ਸਤਿਗੁਰ ਦੀ ਅਪਾਰ ਬਖਸ਼ਿਸ਼ ਸਮਝਦਾ ਹੈ। नहीं तुझ जिया नहीं तुझ जिया। 1783 ਈਸਵੀ ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਵਿੱਚ ਬਰਖਾ ਦਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਸੀ ਜਾਂ ਔੜ ਦੇ ਸਮੇਂ ਹਾਟਾਂ ਰਾਹੀਂ ਖੂਹਾਂ ਦੇ ਪਾਣੀ ਨਾਲ ਸਰੋਵਰ ਨੂੰ ਭਰਿਆ ਜਾਂਦਾ ਸੀ, ਜਿਸ ਵਿੱਚ ਸਿੱਖ ਸੰਗਤਾਂ ਇਸ਼ਨਾਨ ਕਰਕੇ ਜਨਮ ਸਫਲ ਕਰਦੀਆਂ ਸਨ। बड़ो पुरिख विधात 1783 ਈਸਵੀ ਨੂੰ ਬਰਸਾਤ ਦੇ ਮੌਸਮ ਸੌਣ ਭਾਦਰੇ ਦੇ ਦਿਨਾਂ ਵਿੱਚ ਵੀ ਬਰਖਾ ਨਾ ਹੋਣ ਕਰਕੇ ਅਜਿਹੀ ਔੜ ਲੱਗੀ ਕਿ ਸਰੋਵਰ ਦਾ ਜਲ ਬਿਲਕੁਲ ਖੁਸ਼ਕ ਹੋ ਗਿਆ। ਖੂਹਾਂ ਦਾ ਪਾਣੀ ਵੀ ਹੇਠਾਂ ਉਤਰ ਗਿਆ, ਜਿਸ ਕਾਰਨ ਹਰਟਾਂ ਰਾਹੀਂ ਵੀ ਸਰੋਵਰ ਵਿੱਚ ਜਲ ਨਾ ਪਾਇਆ ਜਾ ਸਕਿਆ। ਸੰਗਤਾਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਤੋਂ ਵਾਂਝੀਆਂ ਹੋ ਗਈਆਂ। ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਹਿਬਾਨ ਅਤੇ ਸ਼ਹਿਰ ਦੇ ਮੁਖੀ ਸੱਜਣਾ ਨੇ ਇਕੱਠੇ ਹੋ ਉਦਾਸੀਨ ਮਹਾਪੁਰਸ਼ ਮਹੰਤ ਸੰਤੋਖ ਦਾਸ ਜੀ ਨਿਰਵਾਣ ਅਤੇ ਮਹੰਤ ਪ੍ਰੀਤਮ ਦਾਸ ਜੀ ਨਿਰਵਾਣ, ਜੋ ਉਸ ਸਮੇਂ ਉਦਾਸੀ ਸੰਪਰਦਾਇ ਦੇ ਮੁਖੀ ਸਨ ਤੇ ਜਿਨ੍ਹਾਂ ਨੂੰ ਸਮੁੱਚੇ ਪੰਥ 'ਚ ਬਹੁਤ ਹੀ ਕਰਨੀ ਵਾਲੇ ਪੂਰਨ ਸਾਧੂ ਮੰਨਿਆ ਜਾਂਦਾ ਸੀ, ਉਹਨਾਂ ਨੂੰ ਮਿਲ ਬੇਨਤੀ ਕੀਤੀ ਕਿ ਅੰਮ੍ਰਿਤਸਰ ਸਰੋਵਰ ਲਈ ਪਾਣੀ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ, ਜਿਸ ਨਾਲ 8 ਪੈਰ ਤੇ 12 ਮਹੀਨੇ ਸਰੋਵਰ ਸਦਾ ਭਰਿਆ ਰਹੇ। ਸੋ ਦੋਹਾਂ ਮਹਾਂਪੁਰਖਾਂ ਨੇ ਇਹ ਧਾਰਮਿਕ ਤੇ ਸਭ ਲਈ ਕਲਿਆਣਕਾਰੀ ਕਾਰਜ ਸਮਝ ਕੇ 500 ਉਦਾਸੀ ਸਾਧੂਆਂ ਨੂੰ ਨਾਲ ਲੈ ਕੇ ਉਸ ਸਮੇਂ ਦੇ ਪਠਾਨਕੋਟ ਦੇ ਹਾਕਮ ਪੰਗੀ ਸਰਦਾਰ ਦੇਸਾ ਸਿੰਘ ਪਾਸ ਜਾ ਉਹਨਾਂ ਨੂੰ ਇਸ ਗੁਰੂ ਦੇ ਕਾਰਜ ਲਈ ਰਾਵੀ ਦਰਿਆ ਚੋਂ ਮਾਧੋਪੁਰ ਤੋਂ ਹੰਸਲੀ ਭਾਵ ਛੋਟੀ ਨਹਿਰ ਕੱਢ ਕੇ ਜਲ ਅੰਮ੍ਰਿਤ ਸਰੋਵਰ ਵਿੱਚ ਪਾਉਣ ਦੇ ਲਈ ਕਿਹਾ। ਮਹਾਤਮਾਵਾਂ ਦੇ ਕਹਿਣ ਅਨੁਸਾਰ ਆਪਣੇ ਇਲਾਕੇ 'ਚ ਆਪਣੇ ਖਰਚੇ ਨਾਲ ਹੰਸਲੀ ਪਟਵਾ ਕੇ ਜਲ ਅੱਗੇ ਤੋਰ ਦਿੱਤਾ। ਇਸ ਤਰ੍ਹਾਂ ਇਹ ਹੰਸਲੀ ਦਾ ਜਲ ਦਰਿਆ ਰਾਵੀ 'ਚੋਂ ਨਿਕਲ ਕੇ ਸੰਮਤ 1842 ਬਿਕਰਮੀ ਭਾਵ 1785 ਈਸਵੀ 'ਚ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਸਾਰੇ ਸਰੋਵਰਾਂ 'ਚ ਪੈਣ ਲੱਗ ਪਿਆ। ਹੰਸਲੀ ਦੇ ਨਿਰਮਾਣ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਰੌਚਕ ਹੈ। ਪਠਾਨਕੋਟ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਹੰਸਲੀ ਬਣਾਉਣਾ ਕੋਈ ਸੌਖੀ ਗੱਲ ਨਹੀਂ ਸੀ। ਕਿਵੇਂ ਉਸ ਸਮੇਂ ਦੇ ਮਿਸਲੀ ਸਰਦਾਰਾਂ ਨੇ ਆਪੋ ਆਪਣੇ ਇਲਾਕੇ ਦੇ ਵਿੱਚ ਹੰਸਲੀ ਕੱਢ ਕੇ ਗੁਰੂ ਜਸ ਖੱਟਿਆ, ਇਹ ਸਭ ਦੱਸਣ ਤੋਂ ਪਹਿਲਾਂ ਅਸੀਂ ਪਹੁੰਚੇ ਹੋਏ ਹਾਂ ਉਸ ਹੰਸਲੀ ਤੇ ਜਿੱਥੋਂ ਅੱਜ ਵੀ ਪੁਰਾਤਨ ਵਿਧੀ ਦੇ ਰਾਹੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਮੇਤ ਜੋ ਪਾਵਨ ਸਰੋਵਰ ਨੇ ਉਹਨਾਂ ਦੇ ਵਿੱਚ ਜਲ ਪਹੁੰਚਾਇਆ ਜਾਂਦਾ ਹੈ।
ਬਾਬਰ ਦੁਆਬ ਨਹਿਰ ਦੀ ਸ਼ਾਖਾ, ਜਿਸ ਨੂੰ ਸਿੱਖਾਂ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ, ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲ ਪਹੁੰਚਾਉਣ ਦੀ ਪ੍ਰਕਿਰਿਆ। ਸਭ ਤੋਂ ਪਹਿਲਾਂ ਜੋ ਨਹਿਰ ਹੈ ਉਸ ਦੇ ਵਿੱਚੋਂ ਕੁਦਰਤੀ ਤਰੀਕੇ ਦੇ ਨਾਲ ਇੱਕ ਹੌਦ ਬਣਾਇਆ ਹੋਇਆ ਹੈ। ਇਸ ਹੌਦ ਦੇ ਵਿੱਚ ਜਲ ਸਟੋਰੇਜ ਕੀਤਾ ਜਾਂਦਾ ਹੈ ਤੇ ਕੁਦਰਤੀ ਤਰੀਕੇ ਦੇ ਨਾਲ ਹੀ ਇਸ ਦੀ ਸਾਫ਼ ਸਫਾਈ ਕੀਤੀ ਜਾਂਦੀ ਹੈ। ਤੇ ਫਿਰ 5 ਸਰੋਵਰ, ਜਿਸ ਦੀ ਸਿੱਖ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਵਿਸ਼ੇਸ਼ ਮਹੱਤਤਾ ਹੈ, ਮਹਾਨਤਾ ਹੈ, ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ, ਉੱਥੇ ਫਿਰ ਹੰਸਲੀ ਦੇ ਜ਼ਰੀਏ ਜਲ ਪਹੁੰਚਾਇਆ ਜਾਂਦਾ ਹੈ। ਇਹ ਕਿੰਨੀ ਇਸ ਦੀ ਚੌੜਾਈ ਹੈ, ਕਿੰਨੀ ਇਸ ਦੀ ਡੂੰਘਾਈ ਹੈ, ਕਿੰਨਾ ਜਲ ਇੱਥੇ ਸਟੋਰੇਜ ਹੁੰਦਾ ਹੈ ਤੇ ਕਿਵੇਂ ਅੱਗੇ ਜਿਹੜਾ ਪਹੁੰਚਾਉਣ ਦੀ, ਜਲ ਪਹੁੰਚਾਉਣ ਦੀ ਪ੍ਰਕਿਰਿਆ ਹੈ, ਉਹ ਸਾਰੀ ਗੱਲਬਾਤ ਕਰਨ ਦੇ ਲਈ ਬਾਬਾ ਅਮਰੀਕ ਸਿੰਘ ਜੀ ਸਾਡੇ ਨਾਲ ਨੇ। ਬਾਬਾ ਜੀ, ਕਦੋਂ ਇਹ ਜਿਹੜੀ ਹੌਦ, ਜਿਹੜਾ ਇਹ ਹੌਦ ਬਣਿਆ ਤੇ ਕਿਸ ਤਰ੍ਹਾਂ ਸਾਰੀ ਪ੍ਰਕਿਰਿਆ ਹੈ ਜਿਹੜੇ 5 ਸਰੋਵਰਾਂ ਦੇ ਵਿੱਚ ਜਲ ਪਹੁੰਚਾਉਣ ਦੀ? ਇਹ ਹੌਦ ਦੀ ਜਿਹੜੀ ਸ਼ੁਰੂਆਤ ਹੋਈ ਬਣਾਉਣ ਦੀ, ਕਿਉਂਕਿ ਪੁਰਾਣੀ ਹੰਸਲੀ ਪਰਲੇ ਪਾਸੇ ਚੱਲਦੀ ਸੀ। ਇੱਥੇ ਜਿਹੜਾ 1990 ਦੇ ਵਿੱਚ ਇਹ ਵਾਲਾ ਹੌਦ ਬਣਾਇਆ ਗਿਆ। ਨਹਿਰ ਦੇ ਵਿੱਚੋਂ ਨਾਲ ਹੀ ਪਾਣੀ ਲੈ ਕੇ, ਇਸ ਦੀ ਲੰਬਾਈ ਅੰਦਾਜ਼ਾ 180 ਫੁੱਟ ਲੰਬਾਈ ਹੈ ਔਰ 55 ਫੁੱਟ ਦੀ ਚੜਾਈ ਹੈ। 15 ਫੁੱਟ ਡੀਪ ਇਹਦੇ ਜਲ ਰਹਿੰਦਾ ਹੈ। ਜਦੋਂ ਜਲ ਪਿੱਛੋਂ ਬਾਹਰੋਂ ਨਹਿਰ ਦੇ ਵਿੱਚੋਂ ਆਉਂਦਾ ਹੈ ਔਰ ਇਹਦੇ ਵਿੱਚ ਪਹਿਲਾਂ ਪਾਣੀ ਖਲੋ ਕੇ ਬਿਲਕੁਲ ਸਲੋ ਹੋ ਕੇ ਫਿਰ ਅੱਗੇ ਜਾਂਦਾ। ਮੈਂ ਆਪ ਜੀ ਨੂੰ ਇਹਦੇ ਵਿੱਚ ਦਿਖਾਣਾ, ਕੈਮਰੇ ਵਿੱਚ ਵੈਸੇ ਪਾਣੀ ਨਜ਼ਰ ਨਹੀਂ ਆਉਂਦਾ ਹੋਵੇਗਾ, ਲੇਕਿਨ ਮੈਂ ਆਪ ਜੀ ਨੂੰ ਦਿਖਾਣਾ ਕਿੰਨਾ ਸ਼ੀਤਲ, ਕਿੰਨਾ ਸਾਫ਼ ਪਾਣੀ ਹੈ। ਮੈਂ ਆਪ ਜੀ ਨੂੰ ਵਿੱਚੋਂ ਜਾ ਕੇ ਦਿਖਾਣਾ ਪਾਣੀ ਕਿੰਨਾ ਸਾਫ਼ ਤੇ ਸੁੰਦਰ ਹੈ। ਤੇ ਇਹਦੀ ਪ੍ਰੋਪਰਟੀ ਜਿਹੜੀ ਹੈਗੀ ਜਲ ਦੀ, ਕਿ ਅਸੀਂ ਪਿੱਛੋਂ ਚੈੱਕ ਕਰਾਇਆ ਜਦੋਂ 15 ਦਿਨ ਪਹਿਲਾਂ, ਕਿ ਜਿਹੜਾ ਇਹਦਾ ਲੈਵਲ ਹੈ, ਇਹ ਅੰਦਾਜ਼ਾ ਸਿਰਫ ਇਹਦੇ 'ਚ ਕੁਆਲਿਟੀ 90 ਪੁਆਇੰਟ ਹੈਗੀ ਦੀ। ਜਿਹੜਾ ਬਾਹਰਲੇ ਉਹਨਾਂ ਦੀ ਪਾਣੀ ਹੈ, ਬੋਰਾਂ ਦਾ ਪਾਣੀ ਹੈਗਾ, ਉਹਦੇ TDR 300 ਹੈ, ਇਹਦਾ ਓਨਲੀ 90 ਸਿਰਫ ਹੈ। ਇੰਨਾ ਸਾਫ਼ ਸੁਥਰਾ ਜਲ ਹੈ ਇਹ ਵਾਲਾ। ਆਪ ਜੀ ਦੇਖੋ ਕਿ ਸ਼ੀਸ਼ੇ ਵਰਗਾ ਸਾਫ਼ ਪਾਣੀ ਹੈ। ਇਹਨੂੰ ਆਪ ਜੀ ਦੇਖ ਕੇ ਪਤਾ ਨਹੀਂ ਲੱਗਦਾ ਕਿ ਇਹਦੇ ਜਲ ਖਲੋਤਾ ਹੈ ਕਿ ਨਹੀਂ ਖਲੋਤਾ ਜੀ। ਇਸ ਹੌਦ ਦੇ ਵਿੱਚ ਜਲ ਆਉਂਦਾ ਕਿੱਥੋਂ ਹੈ ਤੇ ਬਾਹਰ ਜਾਣ ਦਾ ਜਿਹੜਾ ਰਾਹ ਕਿਹੜਾ ਹੈ ਜਲ ਦਾ? ਇੱਥੋਂ ਤੁਸੀਂ ਇੱਧਰ ਬੈਕ ਸਾਈਡ ਵੇਖੋ, ਇੱਥੋਂ ਪਿੱਛੋਂ ਦੇਸੀ ਤਰੀਕੇ ਦੇ ਨਾਲ ਪਿੱਛੋਂ ਇੱਕ ਦੀਵਾਰ ਕਰਕੇ ਇੱਕ ਕਮਰਾ ਟਾਈਪ ਬਣਾ ਕੇ, ਹੌਸਲੀ ਬਣਾ ਕੇ ਵਿੱਚੋਂ ਇਹਦੇ ਵਿੱਚੋਂ ਦੀ ਜਲ ਪਿੱਛੋਂ ਨਹਿਰ ਵਿੱਚੋਂ ਆਉਂਦਾ। ਨਹਿਰ ਵਿੱਚੋਂ ਇੱਥੇ ਆ ਕੇ ਕੁਦਰਤੀ ਤਰੀਕੇ ਨਾਲ ਪਾਣੀ ਸਾਫ਼ ਪੁਣ ਕੇ ਆਉਂਦਾ ਇਹਦੇ ਵਿੱਚ ਜੀ। ਇਸ ਤੋਂ ਬਾਅਦ ਜਦੋਂ ਇਹ ਸਾਰਾ ਪਾਣੀ ਇਹ ਹੌਦ ਭਰ ਜਾਂਦਾ, ਪਾਣੀ 15 ਫੁੱਟ ਦੇ ਕਰੀਬ ਹੋ ਜਾਂਦਾ। ਬਿਲਕੁਲ ਸਾਡੇ ਬੈਕ ਸਾਈਡ ਵੇਖੋ, ਪਿੱਛੇ ਕਾਰਨਰ ਦੇ ਉੱਤੇ, ਬੈਕ ਸਾਈਡ ਦੇ ਉੱਤੇ, ਉੱਥੋਂ ਪਾਣੀ ਫਿਰ ਬਾਹਰਲੇ ਪਾਸੇ 5 ਸਰੋਵਰਾਂ ਨੂੰ ਜਿਹੜੀ ਹੰਸਲੀ ਜਾਂਦੀ ਹੈ, ਉੱਥੋਂ ਫਿਰ ਬੈਕ ਸਾਈਡ 'ਤੇ ਪਾਣੀ ਇਹ ਵਾਲੇ ਜਾਂਦੇ ਜੀ। ਤੇ ਆਮ ਦਿਨਾਂ ਦੀ ਆਪਾਂ ਗੱਲ ਕੀਤੀ ਜਾਵੇ, ਜਦੋਂ ਨਹਿਰ ਬੰਦ ਹੁੰਦੀ ਹੈ ਤਾਂ ਉਹ ਫਿਰ ਕਿੰਨਾ ਕਿੱਥੇ ਪਾਣੀ ਜਿਹੜਾ ਜਲ ਸਟੋਰੇਜ ਹੋ ਜਾਂਦਾ ਹੈ ਤੇ ਜਿਹੜਾ ਅੱਗੇ ਜਾਣ ਨੂੰ? ਜਿਹੜਾ ਇੱਥੇ ਪਾਣੀ ਸਟੋਰ ਹੁੰਦਾ ਹੈ, ਸਿਰਫ 5 ਜਾਂ 6 ਦਿਨ ਵਾਸਤੇ ਪਾਣੀ ਅੱਗੇ ਜਾ ਸਕਦਾ। ਉਸ ਤੋਂ ਬਾਅਦ ਫਿਰ ਘਿਓ ਮੰਡੀ 2 ਟਿਊਬਵੈੱਲ ਲਗਾ ਕੇ ਉਹਨਾਂ ਫਿਰ ਐਮਰਜੈਂਸੀ ਪਾਣੀ ਉੱਥੋਂ ਪੂਰਾ ਕੀਤਾ ਜਾਂਦਾ ਔਰ ਟਿਊਬਵੈੱਲ ਚਲਾ ਕੇ ਪਾਣੀ ਅੱਗੇ ਪੂਰਾ ਕੀਤਾ ਜਾਂਦਾ ਜੀ। ਸੂਏ ਦੇ ਮੋਗੇ ਤੋਂ ਲੈ ਕੇ ਸ਼ਹਿਰ ਪਨਾਹ ਤੱਕ ਹੰਸਲੀ ਤਿੰਨਾਂ ਪਾਸਿਆਂ ਤੋਂ ਕੱਚੀ ਤੇ ਉੱਪਰੋਂ ਖੁੱਲੀ ਹੋਣ ਕਰਕੇ ਜਿੱਥੇ ਜਲ ਨਾਲ ਵਧੇਰੇ ਮਾਤਰਾ 'ਚ ਮਿੱਟੀ ਤੇ ਗਾਰ ਮਿਲ ਕੇ ਸਰੋਵਰ ਵਿੱਚ ਪਹੁੰਚਦੀ, ਉੱਥੇ ਹੰਸਲੀ ਵਿੱਚ ਵਗਦੇ ਜਲ ਵਿੱਚ ਕਈ ਕੁਝ ਡਿੱਗਣ ਦੇ ਨਾਲ ਪਵਿੱਤਰਤਾ ਵੀ ਭੰਗ ਹੁੰਦੀ ਸੀ। ਇਸੇ ਲਈ 1919 ਈਸਵੀ 'ਚ ਮਾਰਸ਼ਲ ਲਾ ਦੇ ਦਿਨਾਂ 'ਚ ਸ਼੍ਰੀਮਾਨ ਸੰਤ ਗੁਰਮੁਖ ਸਿੰਘ ਜੀ ਤੇ ਸੰਤ ਸਾਧੂ ਸਿੰਘ ਜੀ ਪਟਿਆਲੇ ਵਾਲਿਆਂ ਨੇ ਸੰਤੋਖਸਰ, ਰਾਮਸਰ ਤੇ ਵਿਵੇਕਸਰ ਦੇ ਸਰੋਵਰਾਂ ਨੂੰ ਜਲ ਪਹੁੰਚਾਉਣ ਵਾਲੀਆਂ ਹੰਸਲੀਆਂ ਪੱਕੀਆਂ ਕਰਨ ਦੀ ਸੇਵਾ ਦਾ ਬੀੜਾ ਚੁੱਕ ਲਿਆ। ਪਾਵਨ ਸਰੋਵਰ ਨੂੰ ਜਲ ਪਹੁੰਚਾਉਣ ਵਾਲੀਆਂ ਹੰਸਲੀਆਂ ਜਦੋਂ ਪੱਕੀਆਂ ਹੋ ਗਈਆਂ ਤਾਂ ਫਿਰ ਤਰਨਤਾਰਨ ਸਾਹਿਬ ਦੀ ਹੰਸਲੀ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੰਸਲੀ ਦੇ ਨਿਰਮਾਣ ਸਮੇਂ ਮੋਗੇ ਦੇ ਲਾਗੇ 2 ਤਾਲ ਬਣਾਏ ਗਏ ਤੇ ਇਹਨਾਂ ਵਿੱਚ 7 ਸਾਈਫਨ ਤਿਆਰ ਕਰਵਾਏ ਗਏ। ਤਾਲ ਬਣਾਉਣ ਦਾ ਮੁੱਖ ਕਾਰਨ ਇਹੀ ਸੀ ਕਿ ਜਲ ਵਿੱਚ ਰਲੀ ਕੁਲੀ ਮਿੱਟੀ ਤੇ ਰੇਤ ਉੱਥੇ ਹੀ ਬੈਠ ਜਾਵੇ। ਹੰਸਲੀ 'ਚ ਕੁਝ ਫਾਸਲੇ ਤੇ ਸਫਾਈ ਆਦਿ ਕਰਨ ਦੇ ਲਈ ਪੇਚਾਂ ਵਾਲੇ ਮੁੱਗ ਬਣਾਏ ਗਏ, ਜਿਨ੍ਹਾਂ ਰਾਹੀਂ ਹੰਸਲੀ ਵਿੱਚ ਉਤਰ ਕੇ ਸਫਾਈ ਤੇ ਮੁਰੰਮਤ ਆਦਿ ਕੀਤੀ ਜਾ ਸਕਦੀ ਹੈ। ਤਾਰਾਂ ਵਾਲੇ ਪੁਲ ਦੇ ਨਜ਼ਦੀਕ ਜੋ ਸਿੱਖਾਂ ਵਾਲੀ ਨਹਿਰ ਹੈ, ਉਸ ਤੋਂ ਜੋ ਪਾਵਨ ਸਰੋਵਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲ ਪਹੁੰਚਦਾ ਹੈ, ਉਸ ਦੀ ਸ਼ੁਰੂਆਤ ਹੁੰਦੀ ਹੈ। ਉਹ ਹੰਸਲੀ
ਲਗਾਤਾਰ ਇਸ ਰਸਤੇ ਦੇ ਰਾਹੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਜੋ ਪਾਵਨ ਸਰੋਵਰ ਨੇ ਰਾਮਸਰ ਸਾਹਿਬ, ਕੌਲਸਰ ਸਾਹਿਬ, ਵਿਵੇਕਸਰ ਸਾਹਿਬ, ਉਹ ਸਾਰੇ ਸਰੋਵਰਾਂ ਦੇ ਵਿੱਚ ਜਲ ਜਾਂਦਾ ਹੈ ਤੇ ਐਸੀਆਂ ਜਿਹੜੀਆਂ ਹੌਦੀਆਂ ਦਾ ਜਿਹੜਾ ਨਿਰਮਾਣ ਕਰਵਾਇਆ ਗਿਆ ਹੈ ਕਰੀਬ 100 ਦੇ ਲਗਭਗ ਇਹਨਾਂ ਦੀ ਗਿਣਤੀ ਬਣਦੀ ਹੈ। ਇਹਨਾਂ ਦੇ ਜ਼ਰੀਏ ਜਿਹੜਾ ਜਲ ਹੈ ਜਿਹੜਾ ਉਹ ਅੱਗੇ ਵਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਹੈ ਤੇ ਇਸ ਦੀ ਜੇਕਰ ਲੈਂਥ ਦੀ ਚੌੜਾਈ ਦੀ ਗੱਲ ਕਰੀਏ ਤਾਂ ਇਹ ਇੰਨੀ ਕੁ ਜ਼ਿਆਦਾ ਵੱਡੀ ਤੇ ਚੌੜਾਈ ਹੈ ਕਿ ਇੱਕ ਜਿਹੜਾ ਬੰਦਾ ਇਸ ਦੇ ਵਿੱਚ ਚੰਗੀ ਤਰ੍ਹਾਂ ਅੰਦਰ ਜਾ ਕੇ ਸਾਫ਼ ਸਫਾਈ ਕਰ ਸਕਦਾ ਹੈ ਤੇ ਸਾਫ਼ ਸਫਾਈ ਤੋਂ ਬਾਅਦ ਜੇਕਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਫ਼ ਸਫਾਈ ਹੋ ਸਕਦੀ ਹੈ ਤੇ ਇਸੇ ਹੀ ਵਹਾ ਦੇ ਨਾਲ ਰੋਡ ਦੇ ਨਾਲ ਇਹ ਜੋ ਜਲ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹ ਪਹੁੰਚਦਾ ਹੈ। ਸੇਵਾ ਦੇ ਇਸ ਮਹਾਨ ਕਾਰਜ ਨੂੰ ਸ਼ਲਾਘਾਯੋਗ ਉਦਮ, ਪ੍ਰੇਮ ਭਾਵ ਤੇ ਸੰਗਤ ਦੇ ਸਹਿਯੋਗ ਨੇ ਹੀ ਸਿਰੇ ਚੜਾਇਆ। ਸੰਗਤਾਂ ਨੇ ਵੀ ਮਾਇਆ ਦੇ ਖੁੱਲੇ ਗੱਫੇ ਅਰਦਾਸ ਕਰਵਾਏ, ਉੱਥੇ ਹੀ ਹੱਥੀਂ ਸੇਵਾ ਕਰਕੇ ਜਨਮ ਸਫਲ ਕੀਤਾ। ਦਰਬਾਰ ਸਾਹਿਬ ਦੀ ਕਮੇਟੀ ਵੱਲੋਂ ਵੀ 1000 ਰੁਪਏ ਮਾਹਵਾਰ ਖਰਚ ਕੀਤਾ ਜਾਂਦਾ ਰਿਹਾ। 1983 ਚ ਪੰਜਾਬ ਸਰਕਾਰ ਨੇ 36 ਲੱਖ ਰੁਪਏ ਖਰਚ ਕਰਕੇ ਸੂਏ ਦੀ ਬਜਾਏ ਵੱਡੀ ਨਹਿਰ ਚੋਂ ਨਵੀਂ ਹੰਸਲੀ ਬਣਾ ਕੇ ਅੰਮ੍ਰਿਤਸਰ ਜਲੰਧਰ GT ਰੋਡ ਦੇ ਖੱਬੇ ਪਾਸੇ ਨਹਿਰ ਦੇ ਕੋਲ ਤਾਰਾਂ ਵਾਲੇ ਪੁਲ ਤੋਂ ਨੇੜੇ ਉੱਤਰ ਦੀ ਤਰਫ ਨਹਿਰ ਵਿੱਚ ਮੋਗਾ ਲਾ ਕੇ ਪਾਣੀ ਹੰਸਲੀ 'ਚ ਛੱਡਿਆ। ਇਸ 'ਚ ਨਵੀਂ ਹੰਸਲੀ ਦਾ ਨਿਰਮਾਣ 1983 ਦੇ ਵਿੱਚ ਹੋਇਆ ਤੇ ਮੇਨ ਜਗ੍ਹਾ ਜੀ ਤਾਰਾਂ ਵਾਲਾ ਪੁਲ, ਜਿੱਥੋਂ ਇਹ ਜਲ ਅੱਗੋਂ ਘਿਓ ਮੰਡੀ ਤੋਂ ਜਾ ਕੇ ਡਿਵੈਲਟ ਹੋ ਜਾਂਦਾ ਤੇ ਤਿੰਨਾਂ ਸ਼ਾਖਾਂ ਦੇ ਵਿੱਚ ਵੰਡਿਆ ਜਾਂਦਾ ਜੀ। ਗੁਰਦੁਆਰਾ ਵਿਵੇਕਸਰ ਸਾਹਿਬ, ਗੁਰਦੁਆਰਾ ਰਾਮਸਰ ਸਾਹਿਬ, ਗੁਰਦੁਆਰਾ ਸੰਤੋਖਸਰ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇੱਥੋਂ ਜੀ ਜਲ ਖੋਲ ਕੇ ਤੇ ਮੇਨ ਹੌਦੇ ਵਿੱਚ ਜਾਂਦਾ ਜੀ। ਮੇਨ ਹੌਦੇ ਤੋਂ ਅੱਗੇ ਘਿਓ ਮੰਡੀ ਚੌਂਕ ਦੇ ਵਿੱਚ ਇੱਥੇ ਇੱਕ ਹੌਦ ਹੋਰ ਬਣਿਆ ਹੋਇਆ ਜੀ। ਉੱਥੋਂ ਜੀ ਅੱਗੋਂ 3 ਜਗ੍ਹਾ ਤੇ ਡਿਵੈਲਟ ਹੋ ਜਾਂਦਾ ਜੀ। ਲੋੜ ਅਨੁਸਾਰ ਜਿਸ ਵੀ ਸਰੋਵਰ ਨੂੰ ਜਲ ਦੀ ਜਿੰਨੀ ਜ਼ਰੂਰਤ ਹੁੰਦੀ ਆ ਉਸ ਸਰੋਵਰ ਨੂੰ ਉਹਨਾਂ ਜਲ ਜਿਹੜਾ ਵਾ ਉਹ ਸਪਲਾਈ ਕਰ ਦਿੱਤਾ ਜਾਂਦਾ ਜੀ। 1984 ਦੇ ਘੱਲੂਘਾਰੇ ਤੋਂ ਬਾਅਦ ਕਰੀਬ 12 ਅਕਤੂਬਰ 1984 ਨੂੰ ਸ਼ੁਰੂ ਹੋਈ ਕਾਰ ਸੇਵਾ ਤੋਂ ਬਾਅਦ 17 ਅਕਤੂਬਰ ਨੂੰ ਇਸੇ ਨਵੀਂ ਹੰਸਲੀ ਰਾਹੀਂ ਅੰਮ੍ਰਿਤਸਰ ਸਰੋਵਰ ਵਿੱਚ ਜਲ ਪਾਉਣਾ ਆਰੰਭ ਕੀਤਾ ਸੀ। ਇਸ ਵਕਤ ਅਸੀਂ ਘਿਓ ਮੰਡੀ ਵਿਖੇ ਮੌਜੂਦ ਹਾਂ। ਇੱਥੇ ਆਖਰੀ ਹੌਦ ਹੈ ਜਿੱਥੋਂ 5 ਸਰੋਵਰਾਂ ਦੇ ਵਿੱਚ 3 ਭਾਗਾਂ ਦੇ ਵਿੱਚ ਜਲ ਨੂੰ ਡਿਵਾਈਡ ਕੀਤਾ ਜਾਂਦਾ ਹੈ, ਅੱਗੇ ਪਹੁੰਚਾਇਆ ਜਾਂਦਾ ਹੈ, ਜਿਸ ਦੇ ਵਿੱਚ ਰਾਮਸਰ ਸਾਹਿਬ ਅਤੇ ਵਿਵੇਕਸਰ ਸਾਹਿਬ, ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਕੌਲਸਰ ਸਾਹਿਬ ਅਤੇ ਅਖੀਰ ਦੇ ਵਿੱਚ ਸੰਤੋਖਸਰ ਸਾਹਿਬ ਵਿਖੇ 3 ਭਾਗਾਂ ਦੇ ਵਿੱਚ ਜਿਹੜਾ ਜਲ ਹੈ ਉਸ ਨੂੰ ਡਿਵਾਈਡ ਕਰਕੇ ਅੱਗੇ ਪਹੁੰਚਾਇਆ ਜਾਂਦਾ ਹੈ। ਹੰਸਲੀ ਜੋ ਸ਼ੁਰੂ ਹੁੰਦੀ ਹੈ ਤਾਰਾਂ ਵਾਲੇ ਪੁਲ ਤੋਂ, ਇੱਥੇ ਹੀ ਆ ਕੇ ਉਸ ਦੀ ਸਮਾਪਤੀ ਹੁੰਦੀ ਹੈ ਤੇ ਅੱਗੇ ਜਿਹੜਾ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਕਈ ਵਾਰ ਜਦੋਂ ਨਹਿਰ ਸੁੱਕ ਜਾਂਦੀ ਹੈ ਜਾਂ ਹੰਸਲੀ ਦੇ ਵਿੱਚ ਪਿੱਛੋਂ ਪਾਣੀ ਨਹੀਂ ਆਉਂਦਾ ਤਾਂ ਇੱਥੇ ਇੰਨੇ ਕੁ ਪੁਖਤਾ ਪ੍ਰਬੰਧ ਨੇ ਕਿ ਵੱਡੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਮੋਟਰਾਂ ਦੇ ਜ਼ਰੀਏ ਜਿਹੜਾ ਉਹ ਪਾਣੀ ਅੱਗੇ ਪਹੁੰਚਾਇਆ ਜਾਂਦਾ ਹੈ। ਤੁਹਾਨੂੰ ਉਹ ਸਾਰਾ ਅੰਦਰੋਂ ਵੀ ਦਿਖਾਉਂਦੇ ਆ ਕਿਵੇਂ ਉਹ ਸਾਰਾ ਪ੍ਰੋਜੈਕਟ ਜਿਹੜਾ ਇੱਥੇ ਮੈਨੇਜ ਕੀਤਾ ਹੋਇਆ ਹੈ, ਕਿਵੇਂ ਉਹ ਸਾਰਾ ਅੱਗੇ ਜਲ ਪਹੁੰਚਾਇਆ ਜਾਂਦਾ ਹੈ। ਤੇ ਨਾਲ ਹੀ ਇੱਥੇ ਤੁਹਾਨੂੰ ਦੱਸ ਦਈਏ ਬੋਰਡ ਲੱਗੇ ਹੋਏ ਨੇ ਕਿਉਂਕਿ ਮਰਿਆਦਾ ਨੂੰ, ਮਾਣ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ 5 ਸਰੋਵਰ ਨੇ ਉਹਨਾਂ ਦੇ ਵਿੱਚ ਜਲ ਇੱਥੇ ਜਿਹੜਾ ਇੱਥੋਂ ਜਾਂਦਾ ਹੈ, ਸੋ ਅੰਦਰ ਕਿੱਦਾਂ ਦੇ ਪ੍ਰਬੰਧ ਨੇ ਉਸ ਦੇ ਬਾਰੇ ਵੀ ਤੁਹਾਨੂੰ ਅਸੀਂ ਜ਼ਰੂਰ ਦੱਸਦੇ ਹਾਂ। ਅੱਪਰ ਦੁਆਬ ਨਹਿਰ ਤਾਰਾਂ ਵਾਲੇ ਪੁਲ ਕੋਲ ਬਣਾਇਆ ਗਿਆ ਹੌਦ, ਜਿਸ ਵਿੱਚੋਂ ਸਾਰਾ ਜਲ ਘਿਓ ਮੰਡੀ ਵਿਖੇ ਪਹੁੰਚਦਾ ਏ ਤੇ ਇੱਥੋਂ ਹੀ ਜਲ ਨੂੰ 3 ਭਾਗਾਂ ਵਿੱਚ ਵੰਡ ਕੇ ਅੱਗੇ ਭੇਜਿਆ ਜਾਂਦਾ ਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਹਿਜ਼ 1 ਕਿਲੋਮੀਟਰ ਦੂਰ ਬਣੇ ਇਸ ਹੌਦ 'ਚ 2 ਵੱਡੀਆਂ ਮੋਟਰਾਂ ਵੀ ਲਗਾਈਆਂ ਗਈਆਂ ਹਨ। ਜੇਕਰ ਨਹਿਰ ਦਾ ਪਾਣੀ ਬੰਦ ਹੋ ਜਾਵੇ ਜਾਂ ਫਿਰ ਕਿਸੇ ਕਾਰਨ ਪਾਣੀ ਘਟ ਜਾਵੇ ਤਾਂ ਮੋਟਰਾਂ ਜ਼ਰੀਏ ਜਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ 5 ਸਰੋਵਰਾਂ 'ਚ ਪਹੁੰਚਾਇਆ ਜਾਂਦਾ ਏ। ਇਤਿਹਾਸ ਨੂੰ ਵਾਚਦਿਆਂ ਪਤਾ ਲੱਗਦਾ ਹੈ ਕਿ ਅੰਗਰੇਜ਼ ਸਰਕਾਰ ਦੇ ਆਉਣ ਤੇ ਅੰਮ੍ਰਿਤਸਰ ਦੇ ਲਾਗੇ ਲੰਘਦੀ ਨਹਿਰ ਚੋਂ ਸੂਆ ਕੱਢਿਆ ਗਿਆ। ਤੁੰਗ ਪਿੰਡ ਕੋਲ ਜਿਸ ਸੂਏ ਵਿੱਚੋਂ ਮੋਗਾ ਲਾ ਕੇ ਹੰਸਲੀ 'ਚ ਜਲ ਛੱਡਿਆ ਗਿਆ ਸੀ ਉਹ ਅੱਜ ਅੰਤਮ ਸਾਹਾਂ ਤੇ ਹੈ ਤੇ ਕੇਵਲ ਇੱਕ ਯਾਦਗਾਰ ਬਣ ਕੇ ਰਹਿ ਗਈ ਹੈ। 1983 ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ 36 ਲੱਖ ਰੁਪਏ ਖਰਚ ਕਰਕੇ ਇਸ ਸੂਏ ਦੀ ਬਜਾਏ ਵੱਡੀ ਨਹਿਰ ਚੋਂ ਨਵੀਂ ਹੰਸਲੀ ਬਣਾ ਕੇ ਜਲ ਛੱਡਿਆ ਤਾਂ ਉਦੋਂ ਹੀ ਇਹ ਹੰਸਲੀ ਬੰਦ ਹੋ ਗਈ ਸੀ। ਤੁੰਗ ਪਿੰਡ
ਕੋਲ ਜਿਸ ਸੂਏ ਦੇ ਵਿੱਚ ਮੋਗਾ ਲਾ ਕੇ ਹੰਸਲੀ ਦੇ ਜ਼ਰੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਵਿੱਚ ਜਲ ਜਾਂਦਾ ਸੀ, ਉਹ ਹੰਸਲੀ ਬੇਸ਼ੱਕ ਹੁਣ ਵਰਤੋਂ ਦੇ ਵਿੱਚ ਨਹੀਂ ਹੈ ਤੇ ਇਹ ਹੰਸਲੀ ਹੁਣ ਇੱਥੋਂ ਬਦਲ ਕੇ ਜੋ ਤਾਰਾਂ ਵਾਲਾ ਪੁਲ ਹੈ ਉੱਥੋਂ ਹੁਣ ਜਿਹੜਾ ਨਵੀਂ ਹੰਸਲੀ ਬਣਾਈ ਗਈ ਹੈ, ਜਿੱਥੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲ ਪਹੁੰਚਾਇਆ ਜਾਂਦਾ ਹੈ। ਤੇ ਇੱਕ ਯਾਦਗਾਰ ਦੇ ਤੌਰ ਤੇ ਉਹ ਜਿਹੜੀ ਪਹਿਲੀ ਹੰਸਲੀ ਸੀ ਤੁੰਗ ਪਿੰਡ ਵਾਲੀ, ਉਹ ਅੱਜ ਵੀ ਜਿਹੜਾ ਯਾਦਗਾਰ ਤੌਰ ਤੇ ਰੱਖੀ ਗਈ ਹੈ। ਕੋਈ ਹਾਲਤ ਬੜੀ ਵਧੀਆ ਨਹੀਂ, ਪਰ ਫਿਰ ਵੀ ਜਿਹੜਾ ਇੱਕ ਯਾਦਗਾਰ ਤੌਰ ਤੇ ਉਹ ਇੱਥੇ ਮੌਜੂਦ ਹੈ। ਇਸ ਦਾ ਜਿਹੜਾ ਪ੍ਰਬੰਧ ਹੈ, ਇਸ ਦੀ ਜਿਹੜੀ ਮਲਕੀਅਤ ਹੈ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਰੱਖ ਰਖਾਵ ਜਿਹੜਾ ਉਹ ਕੀਤਾ ਜਾਂਦਾ ਹੈ। ਬੇਸ਼ੱਕ ਜਿਹੜਾ ਰੱਖ ਰਖਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਪਰ ਦੇਖ ਸਕਦੇ ਅਸੀਂ ਥੋੜਾ ਖਸਤਾ ਹਾਲਤ 'ਚ ਹੈ। ਪਾਣੀ ਨਹੀਂ, ਜਿਹੜਾ ਜਲ ਨਹੀਂ ਛੱਡਿਆ ਜਾਂਦਾ, ਫਿਰ ਵੀ ਜਿਹੜਾ ਇਹ ਕਿਉਂ ਸਾਂਭਣ ਦਾ ਇਹਦਾ ਇੱਥੇ ਜਿਹੜੀ ਹਜੇ ਵੀ ਜਿਹੜੀ ਇਹ ਕਾਇਮ ਹੈ। ਇਹਦੀ ਸਭ ਤੋਂ ਸਾਡੀ ਇਹ ਪੁਰਾਣੀ ਹੰਸਲੀ ਆ, ਜਿਹਦੇ ਰਾਹੀਂ ਜਲ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚਦਾ ਸੀਗਾ। ਤੇ ਇਹ ਜਗ੍ਹਾ ਜੋ ਆ ਇਹਦਾ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹਦੀ ਮਲਕੀਅਤ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਆ। ਤੇ ਫਿਰ ਵੀ ਯਾਦਗਾਰ ਤੌਰ ਤੇ ਇਹਦੀਆਂ ਨਿਸ਼ਾਨੀਆਂ ਅਜੇ ਮੌਜੂਦ ਨੇ ਤੇ ਇਹਦਾ ਰੱਖ ਰਖਾਓ ਅਸੀਂ ਕਰ ਰਹੇ ਹਾਂ। ਕੋਈ ਕਬਜ਼ਾ ਨਾ ਕਰੇ ਤੇ ਕੋਈ ਇੱਧਰ ਉੱਧਰ ਕੋਈ ਰਸਤਾ ਨਾ ਬਣਾਵੇ, ਕੋਈ ਕਬਜ਼ਾ ਨਾ ਕਰ ਲੇ। ਤੇ ਫਿਰ ਵੀ ਇਹਨੂੰ ਪਵਿੱਤਰ ਮੰਨਿਆ ਜਾਂਦਾ ਜੀ। ਇਹਨੂੰ ਪਵਿੱਤਰ ਹੰਸਲੀ ਸਭ ਤੋਂ ਸਾਡੀ ਪੁਰਾਣੀ ਪਵਿੱਤਰ ਹੰਸਲੀ ਹੈ। ਪ੍ਰਸ਼ਾਸਨ ਨੂੰ ਵੀ ਥੋੜਾ ਚਾਹੀਦਾ ਹੈ, ਕਿਉਂਕਿ ਦੇਖ ਸਕਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਜ਼ਰੂਰ ਹੈ, ਪਰ ਪ੍ਰਸ਼ਾਸਨ ਜਾਂ ਇਲਾਕੇ ਦੇ ਲੋਕਾਂ ਵੱਲੋਂ ਵੀ ਕੋਈ ਬਹੁਤਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਇੱਕ ਯਾਦਗਾਰ ਦੇ ਤੌਰ ਤੇ ਜੇਕਰ ਦੇਖੀਏ, ਹਾਂਜੀ, ਪ੍ਰਸ਼ਾਸਨ ਦੇ ਜਿਹੜੇ ਆਸੇ-ਪਾਸੇ ਦੇ ਲੋਕ ਆ, ਉਹ ਕਿਸੇ ਬੰਨੋਂ ਦਰਵਾਜ਼ਾ ਕੱਢ ਲੈਂਦਾ, ਕੋਈ ਰਸਤਾ ਬਣਾ ਲੈਂਦਾ, ਗੱਡੀਆਂ ਗੁੱਡੀਆਂ ਖੜੀਆਂ ਕਰ ਲੈਂਦੇ ਆ। ਇਹਨਾਂ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਆ ਤੇ ਨਾ ਇੱਥੋਂ ਦੇ ਲੋਕਾਂ ਵੱਲੋਂ ਕੋਈ ਸਹਿਯੋਗ ਇਹਦੀ ਰੱਖ ਰਖਾਓ ਵਾਸਤੇ। ਫਿਰ ਵੀ ਅਸੀਂ ਲਗਾਤਾਰ ਇੱਥੇ ਆਪਣੀ ਨਿਗਰਾਨੀ ਰੱਖਦੇ ਹਾਂ ਕਿ ਕੋਈ ਕਬਜ਼ਾ ਨਾ ਕਰੇ ਜਾਂ ਇੱਥੇ ਕੋਈ ਕੂੜਾ ਕਰਕਟ ਨਾ ਸੁੱਟੇ, ਇਹਦੀ ਪਵਿੱਤਰਤਾ ਨੂੰ ਬਹਾਲ ਰੱਖਿਆ ਜਾਵੇ। ਸ਼ਹਿਰ ਵਿੱਚ ਹੰਸਲੀ ਦੇ ਆਲੇ ਦੁਆਲੇ ਦੀ ਜ਼ਮੀਨ ਖਾਲੀ ਹੈ। ਇਸ ਉੱਪਰ ਕੋਈ ਵੀ ਗਵਾਂਢੀ ਮਕਾਨ, ਛੱਜਾ ਤੇ ਪਨਾਲਾ ਆਦਿ ਨਹੀਂ ਵਧਾ ਸਕਦਾ ਤੇ ਨਾ ਹੀ ਕਿਸੇ ਹੋਰ ਕਾਰਜ ਦੇ ਲਈ ਵਰਤ ਸਕਦਾ ਹੈ। ਮਾਲ ਦੇ ਕਾਗਜ਼ਾਂ 'ਚ ਹੰਸਲੀ ਅਤੇ ਇਰਦ-ਗਿਰਦ ਦੀ ਜ਼ਮੀਨ ਦੀ ਮਾਲਕੀ ਦਾ ਇਦਰਾਜ਼ ਸ਼੍ਰੀ ਦਰਬਾਰ ਸਾਹਿਬ ਦੇ ਨਾਮ ਦਰਜ ਹੈ ਤੇ ਇਸ ਦੇ ਇਰਦ-ਗਿਰਦ ਦੀ ਜ਼ਮੀਨ ਸਣੇ ਲੱਗੇ ਸਾਰੇ ਦਰਖਤਾਂ ਦੀ ਮਾਲਕੀ ਵੀ ਸ਼੍ਰੀ ਦਰਬਾਰ ਸਾਹਿਬ ਦੀ ਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ 5 ਸਰੋਵਰਾਂ ਦੇ ਵਿੱਚ ਜਲ ਪਹੁੰਚਾਉਣ ਦੀ ਪੁਰਾਤਨ ਵਿਧੀ ਕਿਵੇਂ ਹੰਸਲੀ ਦੇ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦੇ ਵਿੱਚ ਜਲ ਪਹੁੰਚਦਾ ਹੈ, ਉਸ ਦੇ ਆਧਾਰਿਤ ਇਹ ਸੀ ਸਾਡੀ ਖਾਸ ਪੇਸ਼ਕਸ਼। ਤੁਹਾਡੇ ਜ਼ਿਹਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਹੇਠ ਲਿਖੀ ਮੇਲ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਭ ਥਾਂ